ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟੀਚਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ 8 ਪੁਆਇੰਟ ਤਾਂ ਡਿਸਕਸ ਕਰ ਲਿਆ ਸੀਗਾ, ਜਿਹਦੇ ਵਿੱਚ ਆਪਾਂ ਨੇ ਗਵਰਨਮੈਂਟ ਦੇ ਰੋਲਸ ਪੜ੍ਹੇ ਸੀਗੇ। ਇਸ ਦੇ ਵਿੱਚ ਵੀ ਆਪਾਂ ਨੈਕਸਟ ਪੁਆਇੰਟ ਨੂੰ ਡਿਸਕਸ ਕਰਨ ਜਾ ਰਹੇ ਹਾਂ। 9th ਪੁਆਇੰਟ ਹੈ ਤਾਂ ਕੀ ਹੈ, ਉਚਿਤ ਖੇਤੀ ਮੁੱਲ ਨੀਤੀ। ਠੀਕ ਹੈ, ਉਚਿਤ ਖੇਤੀ ਮੁੱਲ ਨੀਤੀ, ਪ੍ਰੋਪਰ ਐਗਰੀਕਲਚਰ ਪ੍ਰਾਈਸ ਪਾਲਿਸੀ, ਜਿਹਦੇ ਵਿੱਚ ਆਪਾਂ ਨੂੰ ਕਿਸਾਨਾਂ ਨੂੰ ਕੀ ਕਰਦੇ ਸੀਗੇ, ਪ੍ਰੋਪਰ ਪ੍ਰਾਈਜ਼ ਮਿਲਦਾ ਹੁੰਦਾ ਸੀਗਾ ਆਪਣੀ ਪੈਦਾਵਾਰ ਦਾ। ਸਰਕਾਰ ਨੇ ਖੇਤੀ ਉਪਜ ਦੀ ਮੁੱਲ ਸੰਬੰਧੀ ਉਚਿਤ ਖੇਤੀ ਮੁੱਲ ਨੀਤੀ ਅਪਣਾ ਕੇ ਖੇਤੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਕਿਸਾਨਾਂ ਨੂੰ ਉਹਨਾਂ ਦੇ ਉਤਪਾਦਕ ਦਾ ਲਾਭਦਾਇਕ ਅਤੇ ਸਥਿਰ ਮੁੱਲ ਦਿਵਾਉਣ ਵਾਸਤੇ ਉਹਨਾਂ ਨੂੰ ਗਰੰਟੀ ਖੇਤੀ ਮੁੱਲ ਨੀਤੀ ਲਾਗੂ ਕਰਨ ਲਈ ਸਰਕਾਰ ਨੇ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ। ਖੇਤੀ ਲਾਗਤ ਅਤੇ ਮੁੱਲ ਕਮਿਸ਼ਨ, ਇਹ ਮਤਲਬ ਜਿਹੜੀ ਸੰਸਥਾ ਮਤਲਬ ਜਿੱਥੇ ਕਿਸਾਨਾਂ ਨੂੰ ਉਚਿਤ ਮੁੱਲ ਮਿਲ ਸਕਦਾ ਸੀਗਾ, ਉਹਦੇ ਲਈ ਸੰਸਥਾ ਦੀ ਸਥਾਪਨਾ ਕੀਤੀ। ਉਹ ਕੀ ਹੈ, ਖੇਤੀ ਲਾਗਤ ਮੁੱਲ ਕਮਿਸ਼ਨ। ਠੀਕ ਹੈ, ਐਗਰੀਕਲਚਰ ਕੋਸਟਸ ਐਂਡ ਪ੍ਰਾਈਸ ਕਮਿਸ਼ਨ। ਇਹ ਆਯੋਗ ਖੇਤੀ ਮੁੱਲ ਨੀਤੀ ਦੇ ਸੰਬੰਧ ਵਿੱਚ ਸਰਕਾਰ ਨੂੰ ਸਲਾਹ ਦਿੰਦਾ ਸੀਗਾ ਵੀ ਕੀ ਮੁੱਲ ਹੋਣਾ ਚਾਹੀਦਾ ਸੀਗਾ। ਠੀਕ ਹੈ ਜੀ, ਖੇਤੀ ਪਦਾਰਥਾਂ ਦੀ ਨਿਊਨਤਮ ਸਮਰਥਨ ਕੀਮਤਾਂ ਅਤੇ ਖਰੀਦ ਮੁੱਲ ਵੀ ਇਸੇ ਆਯੋਗ ਰਾਹੀਂ ਨਿਰਧਾਰਿਤ ਕੀਤੀ ਜਾਂਦੀ ਸੀ। ਮਤਲਬ ਕਿ ਜੋ ਖੇਤੀ ਦੇ ਲਈ ਪਦਾਰਥ ਦੀ ਸੈਲ ਕਰਨ ਦੀ ਜੋ ਪ੍ਰਾਈਸ ਸੀਗੀ, ਯਾਨੀ ਕਿ ਪਦਾਰਥ ਦਾ ਪ੍ਰਾਈਸ ਨਿਸ਼ਚਿਤ ਕਿਹਦੇ ਦੁਆਰਾ ਕੀਤਾ ਜਾਂਦਾ ਸੀ, ਇਹਨਾਂ ਸਮਿਤੀਆਂ ਦੁਆਰਾ ਕੀਤਾ ਜਾਂਦਾ ਸੀਗਾ। ਖਰੀਦ ਵੇਚ ਦਾ ਪ੍ਰਾਈਸ ਡਿਸਕਸ। ਸਰਕਾਰ ਦੀ ਖੇਤੀ ਮੁੱਲ ਨੀਤੀ ਦਾ ਦੂਜਾ ਪਹਿਲੂ ਇਹ ਹੈ ਕਿ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਇਸ ਮਤਲਬ ਇਹ ਖਿਆਲ ਰੱਖਦੀ ਸੀ ਸਮਿਤੀ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਹਿੱਤ ਦੀ ਕੀ ਕੀਤੀ ਜਾ ਸਕੇ, ਰੱਖਿਆ ਕੀਤੀ ਜਾ ਸਕੇ। ਇਹ ਨਿਗਮ ਸਰਕਾਰ ਰਾਹੀਂ ਨਿਰਧਾਰਿਤ ਨਿਊਨਤਮ ਸਮਰਥਨ ਕੀਮਤਾਂ ਤੇ ਅਨਾਜ ਖਰੀਦ ਕੇ ਬਫਰ ਸਟਾਕ ਰੱਖਦੇ। ਜਿਵੇਂ ਕਿ ਆਪਣੇ ਪਹਿਲੇ ਵੀਡੀਓ ਦੇ ਵਿੱਚ ਪੜਿਆ ਸੀ, ਬਫਰ ਸਟਾਕ ਕੀ ਹੁੰਦਾ ਗਾ, ਜਿਹਦੇ ਵਿੱਚ ਸਰਕਾਰ ਕੀ ਕਰ ਦਿੰਦੀ ਹੈ, ਅਨਾਜ ਜ਼ਰੂਰੀ ਵਸਤੂਆਂ ਦੀ ਕੀ ਕਰ ਦਿੰਦੀ ਹੈ, ਸਟਾਕ ਰੱਖ ਦਿੰਦੀ ਹੈ। ਉਹਨੂੰ ਆਪਾਂ ਕਹਿੰਦੇ ਬਫਰ ਸਟਾਕ। ਤਾਂ ਸਰਕਾਰ ਕੀ ਕਰ ਲੈਂਦੀ ਹੈ, ਕਿਸਾਨਾਂ ਤੋਂ ਇਹ ਮਾਲ ਨੂੰ ਖਰੀਦ ਕੇ, ਯਾਨੀ ਅਨਾਜ ਨੂੰ ਖਰੀਦ ਕੇ ਸਟਾਕ ਰੱਖ ਲੈਂਦੀ ਹੈ, ਉਚਿਤ ਮੁੱਲ ਦੇ ਉੱਤੇ ਖਰੀਦਦੀ ਹੈ ਕਿਸਾਨਾਂ ਤੋਂ। ਠੀਕ ਹੈ, ਜਿਹਦੇ ਵਿੱਚ ਸਰਕਾਰ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਤੇ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ। ਇਸ ਦੇ ਸਿੱਟੇ ਵਜੋਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਨਿਯਮਿਤ ਹੋ ਜਾਂਦਾ ਹੈ। ਇਹਦੇ ਵਿੱਚ ਕੀ ਹੁੰਦਾ ਗਾ ਕਿ ਕੀਮਤਾਂ ਨਹੀਂ ਵੱਧਦੀਆਂ ਹੈਗੀਆਂ ਜਦੋਂ ਸਟਾਕ ਰੱਖਿਆ ਜਾਂਦਾ ਗਾ ਸਰਕਾਰ ਵੱਲੋਂ। ਤਾਂ ਸਰਕਾਰ ਕਈ ਖੇਤੀ ਪਦਾਰਥਾਂ ਦੇ ਵਧੇਰੇ ਮੁੱਲ ਦੀ ਨਿਰਧਾਰਿਤ ਕਰ ਦਿੰਦੀ ਹੈ। ਸਰਕਾਰ ਕੀ ਕਰਦੀ ਹੈ, ਖੇਤੀ ਪਦਾਰਥਾਂ ਦੇ ਵਧੇਰੇ ਮੁੱਲ ਦੀ ਨਿਰਧਾਰਿਤ ਕਰ ਦਿੰਦੀ ਹੈ। ਠੀਕ ਹੈ ਜੀ, ਸਰਕਾਰ ਸਾਰਵਜਨਿਕ ਵੰਡ ਪ੍ਰਣਾਲੀ ਹੇਠ ਉਚਿਤ ਮੁੱਲ ਦੁਕਾਨਾਂ ਰਾਹੀਂ ਕਈ ਪ੍ਰਕਾਰ ਦੇ ਖੇਤੀ ਪਦਾਰਥਾਂ ਜਿਵੇਂ ਅਨਾਜ, ਖੰਡ ਤੇਲ ਆਦਿ ਵਿਕਰੀ ਕਰਦੀ ਹੈ। ਬਸ ਇਹ ਪੁਆਇੰਟ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਕੀ ਕਰਦੀ ਹੈ, ਉਚਿਤ ਮੁੱਲ ਉੱਤੇ ਜਿਹੜੀਆਂ ਕਿ ਕਿਸਾਨਾਂ ਦੇ ਲਈ ਵੀ ਬੈਨੀਫਿਟ ਹੋਵੇ ਉਹਨਾਂ ਨੂੰ ਖਰੀਦ ਲੈਂਦੀ ਹੈ ਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਾ ਆਵੇ ਸਟੋਰ ਕਰਨ ਦੇ ਵਿੱਚ ਜਾਂ ਫਿਰ ਉਹਨੂੰ ਸੰਭਾਲਣ ਦੇ ਵਿੱਚ। ਸਰਕਾਰ ਸਟਾਕ ਰੱਖ ਕੇ ਆਪਣੇ ਗੋਦਾਮ ਦੇ ਵਿੱਚ ਰੱਖ ਲੈਂਦੀ ਹੈ ਤੇ ਜਦੋਂ ਸਰਕਾਰ ਨੂੰ ਲੱਗਦਾ ਕਿ ਹੁਣ ਮਤਲਬ ਗਰੀਬ ਕਿਸਾਨਾਂ ਦੀ ਮਤਲਬ ਪ੍ਰੋਵਾਈਡ ਕਰਵਾਉਣਾ ਚਾਹੀਦਾ, ਅਨਾਜ ਨਹੀਂ ਖਰੀਦ ਪਾਉਂਦੇ ਹੈਗੇ, ਤਾਂ ਉਹ ਕੀ ਕਰਦੇ, ਰਾਸ਼ਨ ਕਾਰਡ ਦੁਆਰਾ ਜਾਂ ਉਚਿਤ ਮੁੱਲ ਦੀਆਂ ਦੁਕਾਨਾਂ ਦੁਆਰਾ ਜਾਂ ਬਫਰ ਸਟਾਕ ਜਿਹੜੀ ਹੈਗੀ ਉਹ ਖੋਲ ਦਿੰਦੀ ਹੈ, ਜਿੱਥੋਂ ਕੀ ਕਰਦੇ ਨੇ ਗਰੀਬ ਕਿਸਾਨ, ਗਰੀਬ ਲੋਕ ਜਿਹੜੇ ਹੈਗੇ ਨੇ ਆਪਣੇ ਅਨਾਜ ਦੀ ਪ੍ਰਾਪਤੀ ਕਰ ਸਕਦੇ ਨੇ। ਠੀਕ ਹੈ ਜੀ, ਸਸਤੇ ਰੇਟ ਦੇ ਉੱਤੇ। ਤੇ ਖੇਤੀ ਵਪਾਰ ਨੀਤੀ 10th ਪੁਆਇੰਟ ਕੀ ਹੈ, ਖੇਤੀ ਵਪਾਰ ਨੀਤੀ, ਐਗਰੀਕਲਚਰ ਟ੍ਰੇਡ ਪਾਲਿਸੀ। ਭਾਰਤ ਸਰਕਾਰ ਦੀ ਖੇਤੀ ਵਪਾਰ ਨੀਤੀ ਦੇ ਪ੍ਰਮੁੱਖ ਦੋ ਪਹਿਲੂ ਹਨ। ਇਹਦੇ ਦੋ ਪਹਿਲੂ ਨੇ, ਅਨਾਜ ਦੇ ਸੰਬੰਧ ਵਿੱਚ ਖੇਤ ਵਪਾਰ ਨੀਤੀ, ਆਯਾਤ ਪ੍ਰਤੀਸਥਾਪਨ ਦੀ ਨੀਤੀ। ਇਸ ਤੋਂ ਭਾਵ ਹੈ ਕਿ ਸਰਕਾਰ ਦੀ ਨੀਤੀ ਅਨਾਜ ਦੇ ਆਯਾਤ ਕਰਨ ਦੀ ਬਜਾਏ ਉਹਨਾਂ ਦਾ ਆਪਣੇ ਹੀ ਦੇਸ਼ ਵਿੱਚ ਉਤਪਾਦਨ ਕਰਨਾ ਹੈ। ਯਾਨੀ ਸਰਕਾਰ ਨੇ ਵਪਾਰ ਨੀਤੀ ਦੀ ਇੱਕ ਅਜਿਹੇ ਵਪਾਰ ਨੀਤੀ ਦੀ ਸਥਾਪਨਾ ਕੀਤੀ ਜਿਹਦੇ ਵਿੱਚ ਸਰਕਾਰ ਨੇ ਕਿਹਾ ਕਿ ਆਪਾਂ ਕੀ ਕਰਾਂਗੇ, ਬਾਹਰੋਂ ਅਨਾਜ ਨੂੰ ਨਹੀਂ ਮੰਗਵਾਵਾਂਗੇ। ਆਯਾਤ ਮਤਲਬ ਮੰਗਵਾਉਣਾ ਬਾਹਰੋਂ, ਪ੍ਰਤੀਸਥਾਪਨ ਬਾਹਰੋਂ ਜਿਹੜੀਆਂ ਚੀਜ਼ਾਂ ਮੰਗਵਾਈਆਂ ਜਾਂਦੀਆਂ ਨੇ ਉਹਨਾਂ ਦਾ ਕੀ ਕਰਦਾ, ਪ੍ਰਤੀਸਥਾਪਨ ਮਤਲਬ ਘੱਟ ਕਰ ਦੇਣਾ ਜਾਂ ਬਿਲਕੁਲ ਵੀ ਨਾ ਕਰਨਾ। ਠੀਕ ਹੈ ਜੀ, ਰੋਕ ਦੇਣਾ ਉਹਨਾਂ ਨੂੰ। ਸਬਸਟੀਟਿਊਸ਼ਨ, ਇੰਪੋਰਟ ਸਬਸਟੀਟਿਊਸ਼ਨ ਕਰ ਦੇਣਾ, ਔਰ ਕੀ ਕਰਨਾ ਗਾ, ਐਕਸਪੋਰਟ ਨੂੰ ਵਧਾਉਣਾ। ਵੱਧ ਤੋਂ ਵੱਧ ਆਪਾਂ ਪ੍ਰੋਡਕਟ ਨੂੰ ਬਣਾ ਕੇ ਦੂਸਰੇ ਦੇਸ਼ ਦੇ ਵਿੱਚ, ਦੂਸਰੇ ਰਾਜ ਦੇ ਵਿੱਚ ਕੀ ਕਰੀਏ, ਇੰਪੋਰਟ ਕਰੀਏ, ਐਕਸਪੋਰਟ ਕਰੀਏ, ਸੌਰੀ। ਠੀਕ ਹੈ ਜੀ, ਵਪਾਰਕ ਦੂਸਰਾ ਪੁਆਇੰਟ ਕੀ ਸੀਗਾ, ਦੂਸਰਾ ਪਹਿਲੂ ਕੀ ਸੀਗਾ ਇਸ ਵਪਾਰ ਨੀਤੀ ਦਾ, ਵਪਾਰਿਕ ਫਸਲਾਂ ਜਿਵੇਂ ਕਿ ਕਪਾਹ, ਕਣਕ, ਪਟਸਨ, ਚਾਹ, ਕੌਫੀ ਆਦਿ ਦੇ ਸੰਬੰਧ ਵਿੱਚ ਖੇਤੀ ਵਪਾਰ ਨੀਤੀ ਨਿਰਯਾਤ ਪ੍ਰੋਤਸਾਹਨ ਦੀ ਨੀਤੀ ਅਪਣਾਈ ਗਈ। ਸਰਕਾਰ ਵਪਾਰਿਕ ਫਸਲਾਂ ਦੇ ਨਿਰਯਾਤ ਨੂੰ ਬਹੁਤ ਵੱਧ ਪ੍ਰੋਤਸਾਹਨ ਦੇ ਰਹੀ ਹੈ। ਯਾਨੀ ਕਿ ਸਰਕਾਰ ਦੇ ਜੋ ਵਪਾਰ ਨੀਤੀ ਦੇ ਦੋ ਪਹਿਲੂ ਸੀ, ਇੱਕ ਤਾਂ ਜਿਹੜੀਆਂ ਅਨਾਜ ਸੀਗੀਆਂ, ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਸੀਗੀਆਂ ਜੋ ਆਪਣੇ ਦੇਸ਼ ਦੇ ਵਿੱਚ ਪੈਦਾ ਕੀਤੀਆਂ ਜਾ ਸਕਦੀਆਂ ਨੇ,
ਉਹਦੇ ਲਈ ਸਰਕਾਰ ਨੇ ਕੀਤਾ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਪੈਦਾ ਕਰੋ ਤੇ ਖਾਓ, ਠੀਕ ਹੈ ਜੀ। ਦੂਸਰੇ ਦੇਸ਼ ਤੋਂ ਮੰਗਵਾਉਣ ਦੀ ਜ਼ਰੂਰਤ ਨਹੀਂ ਹੈਗੀ, ਤਾਂ ਜੋ ਜਿਹੜੇ ਇੱਥੋਂ ਦੇ ਕਿਸਾਨ ਨੇ ਉਹਨਾਂ ਦਾ ਵੀ ਬੈਨੀਫਿਟ ਹੋਵੇ ਔਰ ਕੀ ਹੋਵੇ, ਔਰ ਜਿਹੜੀ ਹੈਗੀ ਆ ਲੋਕਾਂ ਨੂੰ ਰੁਜ਼ਗਾਰ ਵੀ ਮਿਲੇ, ਠੀਕ ਹੈ। ਔਰ ਇਹਦਾ ਦੂਸਰਾ ਰੂਪ ਕੀ ਸੀਗਾ ਕਿ ਜੋ ਆਪਾਂ ਵਪਾਰ ਕਰਨ ਵਾਲੀਆਂ ਫਸਲਾਂ ਨੇ ਜਿਹਨੂੰ ਆਪਾਂ ਦੂਸਰੇ ਦੇਸ਼ ਦੇ ਵਿੱਚ ਭੇਜ ਸਕਦੇ ਹਾਂ, ਦੂਸਰੇ ਦੇਸ਼ ਦੇ ਵਿੱਚ ਨਹੀਂ ਬਣਦੇ ਹੈਗੇ, ਜਿਵੇਂ ਕਪਾਹ, ਪਟਸਨ, ਚਾਹ, ਕੌਫੀ ਆਦਿ, ਇਹਨਾਂ ਦਾ ਕੀ ਕਰੀਏ, ਐਕਸਪੋਰਟ ਕਰੀਏ, ਬਾਹਰਲੇ ਦੇਸ਼ਾਂ ਦੇ ਵਿੱਚ ਕੀ ਕਰੀਏ, ਭੇਜੀਏ, ਠੀਕ ਹੈ ਜੀ। ਤਾਂ ਜੋ ਇਹਦੇ ਨਾਲ ਕੀ ਹੋਊਗਾ, ਇੱਕ ਤਾਂ ਦੂਸਰੇ ਦੇਸ਼ ਦੇ ਵਿੱਚ ਜਾਊਗਾ ਤਾਂ ਉੱਥੋਂ ਦੀ ਜੋ ਮਤਲਬ ਵਧੀਆ ਦਾਮ ਮਿਲੂਗਾ, ਆਪਣੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਆਪਣਾ ਪ੍ਰੋਡਕਟ ਦੂਸਰੇ ਦੇਸ਼ ਦੇ ਵਿੱਚ ਜਾ ਕੇ ਵਿਕੂਗਾ ਤਾਂ ਮਹਿੰਗੇ ਦਾਮ ਦੇ ਉੱਤੇ ਵੀ ਵਿਕੂਗਾ, ਠੀਕ ਹੈ ਜੀ। ਇਸ ਤਰ੍ਹਾਂ ਆਪਣਾ ਬੈਨੀਫਿਟ ਹੋਊਗਾ, ਆਪਣੇ ਦੇਸ਼ ਦਾ ਵਿਕਾਸ ਹੋਊਗਾ, ਠੀਕ ਹੈ ਜੀ। ਇਹ ਸੀਗਾ ਸਰਕਾਰ ਨੇ ਵਪਾਰ ਨੀਤੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ ਜੀ। ਨੈਕਸਟ ਪੁਆਇੰਟ ਕੀ ਹੈ, ਸਾਖ ਸੰਬੰਧੀ ਇਹਦੇ ਵਿੱਚ ਐਕਸਪੋਰਟ ਪ੍ਰਮੋਸ਼ਨ ਕੀਤਾ, ਨਿਰਯਾਤ ਦਾ ਪ੍ਰੋਤਸਾਹਨ ਕੀਤਾ ਗਿਆ। ਪ੍ਰੋਤਸਾਹਨ ਮਤਲਬ ਉਤਸ਼ਾਹਿਤ ਕੀਤਾ ਵੀ ਤੁਸੀਂ ਨਿਰਯਾਤ ਕਰੋ ਦੂਸਰੇ ਦੇਸ਼ਾਂ ਦੇ ਵਿੱਚ, ਠੀਕ ਹੈ ਜੀ। ਹੁਣ ਪਤਾ ਚੱਲ ਗਿਆ ਹੋਊਗਾ, ਇਹਦੇ ਵਿੱਚ ਦੋ ਵਰਡ ਪੜ੍ਹੇ ਨੇ ਆਪਾਂ ਨੇ, ਇੱਕ ਆਯਾਤ ਪ੍ਰਤੀਸਥਾਪਨ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਇੰਪੋਰਟ ਸਬਸਟੀਟਿਊਸ਼ਨ, ਅਤੇ ਨਿਰਯਾਤ ਪ੍ਰੋਤਸਾਹਨ ਐਕਸਪੋਰਟ ਪ੍ਰਮੋਸ਼ਨ। ਇਹਦੇ ਵਿੱਚ ਕੀ ਹੁੰਦਾ, ਨਿਰਯਾਤ ਨੂੰ ਰੋਕਣਾ, ਆਯਾਤ ਨੂੰ ਰੋਕਣਾ, ਜਿੰਨੇ ਵੀ ਆਪਾਂ ਬਾਹਰਲੇ ਚੀਜ਼ਾਂ ਮੰਗਾਉਂਦੇ ਆ ਉਹਨੂੰ ਘੱਟ ਕਰਨਾ ਜਾਂ ਰੋਕਣਾ ਬਿਲਕੁਲ ਵੀ, ਔਰ ਐਕਸਪੋਰਟ ਪ੍ਰੋਤਸਾਹਨ ਜੋ ਵੀ ਆਪਾਂ ਚੀਜ਼ਾਂ ਬਣਾਉਂਦੇ ਆ ਉਹਨੂੰ ਦੂਸਰੇ ਦੇਸ਼ ਦੇ ਵਿੱਚ ਭੇਜਣ ਦੇ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ, ਵੱਧ ਤੋਂ ਵੱਧ ਪ੍ਰੋਡਕਸ਼ਨ ਕਰਨੀ ਦੂਸਰੇ ਦੇਸ਼ਾਂ ਦੇ ਵਿੱਚ ਭੇਜਣ ਲਈ, ਠੀਕ ਹੈ ਜੀ। ਸਾਖ ਸੰਬੰਧੀ ਸੁਵਿਧਾਵਾਂ, ਸਰਕਾਰ ਨੇ ਕੀ ਕੀਤਾ, ਸਾਖ ਸੰਬੰਧੀ ਜੋ ਫੈਸਿਲਿਟੀ ਸੀਗੀਆਂ ਉਹ ਵੀ ਪ੍ਰੋਵਾਈਡ ਕਰਵਾਈਆਂ, ਜਿਵੇਂ ਕਿ ਆਪਾਂ ਨੇ ਪੜ੍ਹਿਆ ਕਿ ਕਈ ਸਾਰੇ ਬੈਂਕ, ਪਿੰਡੂ ਸਹਿਕਾਰੀ ਸਮਿਤੀਆਂ, ਬੈਂਕ, ਖੇਤੀਬਾੜੀ ਨਿਗਮ ਬੈਂਕ ਆਦਿ ਦੀ ਸਥਾਪਨਾ ਕੀਤੀ, ਠੀਕ ਹੈ ਜੀ। ਖੇਤੀ ਦੇ ਵਿਕਾਸ ਲਈ ਕਿਸਾਨਾਂ ਨੂੰ ਘੱਟ ਵਿਆਜ ਦੇ ਉੱਤੇ ਉਚਿਤ ਮਾਤਰਾ ਦੇ ਵਿੱਚ ਕਰਜ਼ੇ ਦੇਣ ਲਈ ਸਹਿਕਾਰੀ ਸਾਖ ਸਮਿਤੀਆਂ ਦੀ ਵਿਕਾਸ ਕੀਤੀ ਗਈ। ਭੂਮੀ ਵਿਕਾਸ ਬੈਂਕਾਂ ਦੀ ਸੰਖਿਆ ਵਧੀ, ਠੀਕ ਹੈ ਜੀ। ਭੂਮੀ ਵਿਕਾਸ ਦੇ ਲਈ ਜਿਹੜੇ ਬੈਂਕ ਨੇ ਜੋ ਕਰਜ਼ਾ ਦਿੰਦੀਆਂ ਨੇ ਉਹਨਾਂ ਦੀ ਸੰਖਿਆ ਵੱਧ ਗਈ। ਇਸ ਸਮੇਂ ਸਾਰੇ ਦੇਸ਼ ਵਿੱਚ ਲਗਭਗ 82,000 ਪ੍ਰਾਥਮਿਕ ਸਾਖ ਸਮਿਤੀਆਂ ਅਤੇ 1,440 ਪ੍ਰਾਥਮਿਕ ਭੂਮੀ ਵਿਕਾਸ ਬੈਂਕ ਹਨ। ਰਾਸ਼ਟਰੀਕਰਨ ਪਿੱਛੋਂ, ਰਾਸ਼ਟਰੀਕਰਨ ਤਾਂ ਤੁਹਾਨੂੰ ਪਤਾ ਹੀ ਹੈ, ਰਾਸ਼ਟਰੀਕਰਨ ਦਾ ਮਤਲਬ ਹੁੰਦਾਗਾ ਕਿ ਜਿਹਦੇ ਵਿੱਚ ਸਰਕਾਰ ਦਾ ਕੰਟਰੋਲ ਹੋ ਜਾਂਦਾ ਹੁੰਦਾਗਾ, ਮਤਲਬ ਨਿੱਜੀ ਖੇਤਰਾਂ ਦੇ ਵਿੱਚ, ਨਿੱਜੀ ਜਿੰਨੇ ਵੀ ਹੈਗੇ ਨੇ ਸੈਕਟਰ ਉਹਨਾਂ ਦੇ ਵਿੱਚ ਸਰਕਾਰ ਦੀ ਮਲਕੀਅਤ ਹੋ ਜਾਂਦੀ ਹੈ, ਸਰਕਾਰ ਕੰਟਰੋਲ ਕਰਦੀ ਹੈ ਉਹਨਾਂ ਨੂੰ, ਠੀਕ ਹੈ ਜੀ। ਰਾਸ਼ਟਰੀਕਰਨ ਪਿੱਛੋਂ ਵਪਾਰਿਕ ਬੈਂਕ ਵੀ ਖੇਤੀ ਲਈ ਬਹੁਤ ਵੱਧ ਕਰਜ਼ੇ ਦੇ ਰਹੇ ਹਨ, ਠੀਕ ਹੈ। ਜੇ ਰਾਸ਼ਟਰੀਕਰਨ ਤੋਂ ਬਾਅਦ ਜਿਹੜੇ ਵਪਾਰਿਕ ਬੈਂਕ ਨੇ, ਕਮਰਸ਼ੀਅਲ ਬੈਂਕ ਨੇ, ਉਹ ਵੀ ਕੀ ਕਰਦੇ ਨੇ, ਖੇਤੀ ਦੇ ਵਿਕਾਸ ਲਈ ਕਰਜ਼ੇ ਦਿੰਦੇ ਹਨ। ਗ੍ਰਾਮੀਣ ਖੇਤੀ ਬੈਂਕ, ਕਿਸਾਨ ਸੇਵਾ ਸਮਿਤੀਆਂ ਦੀ ਸਥਾਪਨਾ ਵੀ ਖੇਤੀ ਦੇ ਲਈ ਕਰਜ਼ੇ ਦੇਣ ਲਈ ਕੀਤੀ ਗਈ ਸੀਗੀ। ਖੇਤੀ ਵਿਕਾਸ ਸੰਬੰਧੀ ਵੱਡੇ ਕਰਜ਼ਿਆਂ ਲਈ 12 ਜੁਲਾਈ 1982 ਨੂੰ ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕ ਨਾਬਾਰਡ ਦੀ ਸਥਾਪਨਾ ਕੀਤੀ ਗਈ ਸੀਗੀ। ਸਨ 1996-97 ਵਿੱਚ ਵੱਖ-ਵੱਖ ਸੰਸਥਾਵਾਂ, ਬਸ ਅੱਗੇ ਉਹ ਦੱਸੇ ਗਏ ਨੇ ਪੁਆਇੰਟ ਕਿ ਵੀ ਕਿਸ ਤਰ੍ਹਾਂ ਦੀ ਕਿਹੜੇ ਬੈਂਕ ਦੀ ਸਥਾਪਨਾ ਕੀਤੀ ਗਈ, ਬੈਂਕਾਂ ਦੀ ਸੰਖਿਆ ਕਿੰਨੀ ਵੱਧ ਗਈ, ਜਿੱਥੋਂ ਦੀ ਕਿਸਾਨ ਜਿਹੜੇ ਨੇ ਸਾਖ ਦੀ ਸਹੂਲਤ ਪ੍ਰਾਪਤ ਕਰ ਸਕਦੇ ਨੇ। ਇੱਥੇ ਤੁਹਾਨੂੰ ਪਤਾ ਚੱਲ ਗਿਆ ਸਾਖ ਫੈਸਿਲਿਟੀਜ਼ ਕਿਵੇਂ ਕੀਤੀ ਹੈ ਸਰਕਾਰ ਨੇ ਲੋਕਾਂ ਨੂੰ, ਕਿਸਾਨਾਂ ਨੂੰ ਪ੍ਰੋਵਾਈਡ ਕਰਾਉਣ ਦੇ ਵਿੱਚ, ਠੀਕ ਹੈ ਜੀ। 12th ਜੋ ਲਾਸਟ ਪੁਆਇੰਟ ਹੈ ਉਹ ਕੀ ਹੈ, 5 ਸਾਲਾ ਯੋਜਨਾਵਾਂ ਬਣਾਈਆਂ ਸੀਗੀਆਂ, ਜਿਵੇਂ ਕਿ ਆਪਾਂ ਨੇ ਪਹਿਲੇ ਡਿਸਕਸ ਕੀਤਾ ਸੀ ਕਿ 5 ਸਾਲਾ ਯੋਜਨਾਵਾਂ ਬਣਾਈਆਂ ਨੇ ਕਿਸੇ ਵੀ ਚੀਜ਼ ਦੇ ਵਿਕਾਸ ਲਈ। ਅਗਰ ਜੇ ਚਾਹੁੰਦੇ ਕਿ ਕਿਸੇ ਦੇਸ਼ ਦਾ ਵਿਕਾਸ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਯੋਜਨਾਵਾਂ ਬਣਾਈਆਂ ਜਾਣ। ਦੇਸ਼ ਵਿੱਚ 5 ਸਾਲਾ ਯੋਜਨਾਵਾਂ ਦੌਰਾਨ ਖੇਤੀ ਵਿਕਾਸ ਲਈ ਲਗਭਗ 23,500 ਕਰੋੜ ਰੁਪਏ ਖਰਚ ਕੀਤੇ ਗਏ। ਅਨਾਜ ਦੇ ਉਤਪਾਦਨ ਵੱਧ ਕੇ ਤੇ ਇਹਦੇ ਨਾਲ ਕੀ ਹੋਇਆ, ਜ਼ਿਆਦਾ ਖਰਚਾ ਕੀਤਾ ਗਿਆ ਖੇਤੀ ਦੇ ਉੱਤੇ, ਤੇ ਇਹਦੇ ਨਾਲ ਕੀ ਹੋਇਆ, ਉਤਪਾਦਕਤਾ 2 ਗੁਣਾ ਵੱਧ ਗਈ। ਤੇ 5 ਸਾਲਾ ਯੋਜਨਾ ਦੇ ਵਿੱਚ ਖੇਤੀ ਦਾ ਵਿਕਾਸ ਜਿਸ ਤਰੀਕੇ ਨਾਲ ਹੋਇਆ, ਕਿਸ ਤਰ੍ਹਾਂ ਹੋਇਆ, ਕਿੰਨਾ ਜ਼ਿਆਦਾ ਹੋਇਆ, ਇਹ ਸਾਰੀ ਅੱਗੇ ਜੋ ਡਿਟੇਲਸ ਦਿੱਤੀ ਹੋਈ ਹੈ ਕਿ ਪਹਿਲੀ 5 ਸਾਲਾਂ ਦੁਆਰਾ ਕਿੰਨੀ ਹੋਈ ਤੇ ਦੂਜੇ ਸਾਲ 5 ਸਾਲਾ ਯੋਜਨਾ ਦੁਆਰਾ ਕਿਵੇਂ ਹੋਈ, ਇਹ ਸਾਰੇ ਇੱਥੇ ਸੰਖਿਆ ਲਿਖੇ ਹਨ। ਇਹ ਤੁਸੀਂ ਖੁਦ ਘਰੇ ਬੈਠ ਕੇ ਪੜ੍ਹ ਲਿਓ, ਐਨਾਲਾਈਸਿਸ ਕਰ ਲਿਓ ਵੀ ਕਿਸ ਤਰ੍ਹਾਂ ਮਤਲਬ ਖੇਤੀ ਦੀ ਪੈਦਾਵਾਰ ਦੇ ਵਿੱਚ ਵਾਧਾ ਹੋਇਆ, ਠੀਕ ਹੈ। ਇਹ ਸੰਖਿਆਵਾਂ ਨੇ ਜਿਹਦੇ ਤੋਂ ਤੁਹਾਨੂੰ ਬਸ ਐਂ ਕੰਪੇਅਰ ਕਰ ਸਕਦੇ ਹੋ, ਤੁਹਾਨੂੰ ਇਹ ਇੰਨੇ ਨੰਬਰ ਯਾਦ ਤਾਂ ਨਹੀਂ ਰਹਿਣੇ, ਬਸ ਤੁਸੀਂ ਐਂ ਕੰਪੇਅਰ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਵਾਧਾ ਹੋਇਆ, ਤਰੱਕੀ ਕਿਸ ਤਰ੍ਹਾਂ ਹੋਈ, ਠੀਕ ਹੈ ਜੀ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਨੂੰ ਡਿਸਕਸ ਕਰਾਂਗੇ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਆਈ ਹੋਪ ਯੂ ਲਾਈਕ ਮਾਈ ਵੀਡੀਓ।